ਸਤਿ ਸ਼੍ਰੀ ਅਕਾਲ ਦੋਸਤੋ, मैं ਤੁਹਾਡਾ ਹੋਸਟ ਤੇ ਦੋਸਤ ਦਲਜੀਤ ਅਜਨੂਹਾ। ਅਸੀਂ ਦੇਖਦੇ ਹਾਂ ਕਿ ਪਿਛਲੇ ਕਾਫੀ ਸਮੇਂ ਤੋਂ ਕਿਸਾਨਾਂ ਦੇ 3 ਬਿੱਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਸੀ। ਉਦੋਂ ਲੈ ਕੇ ਕਿਸਾਨ ਕਾਫੀ ਪਰੇਸ਼ਾਨ ਆ ਤੇ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਤਕਰੀਬਨ 39-40 ਦਿਨ ਹੋ ਗਏ ਜਿਹੜਾ ਅੰਦੋਲਨ ਨੂੰ ਲੈ ਕੇ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਕਿਸਾਨ ਆਗੂਆਂ ਨਾਲ ਗੱਲ ਕੀਤੀ ਆ। ਤੇ ਅੱਜ ਅਸੀਂ ਉਸ ਆਗੂ ਨਾਲ ਗੱਲ ਕਰ ਰਹੇ ਹਾਂ ਜਿਹੜੇ ਪਿਛਲੇ ਸਮੇਂ ਤੋਂ ਦਿੱਲੀ ਦੇ ਵਿੱਚ ਬਹੁਤ ਵਾਰ ਉੱਥੇ ਜਾ ਕੇ ਕਿਸਾਨਾਂ ਦੀ ਸੇਵਾ ਕਰ ਚੁੱਕੇ, ਮੋਰਚੇ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਵੀ ਗਏ ਆ ਤੇ ਅੱਜ ਉਹ ਉੱਥੋਂ ਵਾਪਸ ਪਰਤੇ ਨੇ। ਤੇ ਅਸੀਂ ਗੱਲ ਕਰਾਂਗੇ ਉਹਨਾਂ ਦੇ ਨਾਲ ਵੀ ਇਸ ਵੇਲੇ ਜਿਹੜਾ ਅੰਦੋਲਨ ਕੀ ਆ, ਇਸ ਵੇਲੇ ਕਿਸ ਮੁਕਾਮ ਤੇ ਆ, ਕਿਸ ਸਟੇਟਸ ਤੇ ਆ ਤੇ ਕੇਂਦਰ ਸਰਕਾਰ ਦੀ ਕੀ ਨੀਤੀ ਹੈ ਇਸ ਪ੍ਰਤੀ ਤੇ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਕਿੰਨਾ ਹਰਸ਼ ਉਲਾਸ ਆ ਆਪਣੀਆਂ ਮੰਗਾਂ ਲਈ। ਆਪਣੇ ਜਗਤਾਰ ਪਿੰਡਰ ਜੀ, ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਜੀ। ਸ਼ੁਕਰੀਆ ਜੀ। ਜਗਤਾਰ ਪਿੰਡਰ ਜੀ, ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਤੁਸੀਂ ਕਿਸਾਨ ਆਗੂ, ਕਿਸਾਨਾਂ ਦੇ ਨਾਲ ਪਿਛਲੇ ਕਾਫੀ ਸਮੇਂ ਤੋਂ ਜੁੜੇ ਹੋਏ ਤੇ ਕਿਸਾਨ ਜਿਹੜੇ ਸੰਘਰਸ਼ ਦੇ ਵਿੱਚ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹੋ, ਇਸ ਵੇਲੇ ਜਿਹੜਾ ਸੰਘਰਸ਼ ਉਹ ਕੀ ਆ ਤੇ ਕਿਸ ਸਟੇਟਸ ਤੇ ਕਿਸ ਮੁਕਾਮ ਤੇ ਖੜਾ ਜੀ? ਇਸ ਵੇਲੇ ਜਿਹੜਾ ਸਾਡਾ ਕਿਸਾਨ ਸੰਘਰਸ਼ ਆ ਜੀ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿਸਾਨ ਜਥੇਬੰਦੀਆਂ ਦੀਆਂ ਕੇਂਦਰ ਸਰਕਾਰ ਦੇ ਨਾਲ ਬਾਰ-ਬਾਰ ਮੀਟਿੰਗਾਂ ਹੋ ਰਹੀਆਂ। ਆਮ ਲੋਕਾਂ ਨੂੰ ਵੀ ਇਹ ਲੱਗਦਾ ਵੀ ਉਹਦੇ ਵਿੱਚੋਂ ਕੋਈ ਸਿੱਟਾ ਨਹੀਂ ਨਿਕਲ ਰਿਹਾ। ਸੋ ਇਹਦਾ ਇੱਕ ਮੰਤਵ ਬਿਲਕੁਲ ਸਰਕਾਰ ਦਾ ਸਾਫ਼ ਹੈ, ਉਹਦੇ ਵਿੱਚ ਬਾਰ-ਬਾਰ ਅੱਗੇ ਮੀਟਿੰਗਾਂ ਕਰਨ ਦਾ, ਬਾਰ-ਬਾਰ ਅੱਗੇ ਉਸ ਘੋਲ ਨੂੰ ਲਮਕਾਉਣ ਦਾ। ਸ਼ਾਇਦ ਸਰਕਾਰ ਇਹ ਚਾਹੁੰਦੀ ਆ ਵੀ ਇਹ ਘੋਲ ਜਿਹੜਾ ਹੋਰ ਲੰਮਾ ਹੋ ਜਾਵੇ, ਜਿਹੜੇ ਲੋਕ ਆ ਉਹਨਾਂ ਦੇ ਵਿੱਚ ਕੋਈ ਨਿਰਾਸ਼ਤਾ ਆ ਜਾਵੇ, ਲੋਕ ਪਿੱਛੇ ਨੂੰ ਮੁੜਨੇ ਸ਼ੁਰੂ ਹੋ ਜਾਣ, ਜਾਂ ਕੁਛ ਇਸ ਤਰੀਕੇ ਦਾ ਤਰੀਕਾ ਲੱਭ ਲਈਏ ਵੀ ਕਿਸਾਨ ਅੰਦੋਲਨ ਨੂੰ ਭਟਕਾਉਣ ਦੀਆਂ ਕੋਈ ਇਹੋ ਜਿਹੀਆਂ ਕੋਈ ਕਾਰਵਾਈਆਂ ਕੀਤੀਆਂ ਜਾਣ। ਪਰ 4 ਤਰੀਕ ਦੀ ਮੀਟਿੰਗ ਫੇਲ ਹੋਣ ਤੋਂ ਬਾਅਦ ਵੀ ਦਿੱਲੀ ਸਿੰਘੂ ਬਾਰਡਰ, ਟਿੱਕਰੀ ਬਾਰਡਰ 'ਤੇ ਭਾਰੀ ਬਾਰਿਸ਼ ਹੋਣ ਦੇ ਬਾਵਜੂਦ ਵੀ ਕਿਸਾਨ ਭਿੱਜੀਆਂ ਰਜਾਈਆਂ ਦੇ ਵਿੱਚ ਉੱਥੇ ਆਪਣੇ ਮੋਰਚੇ ਵਿੱਚ ਡਟੇ ਹੋਏ ਆ, ਡਟੇ ਰਹਿਣਗੇ ਜਿੰਨੀ ਦੇਰ ਤੱਕ ਇਹ ਤਿੰਨੇ ਕਾਨੂੰਨ ਵਾਪਸ ਨਹੀਂ ਹੁੰਦੇ। ਕਿਸਾਨੀ ਸੰਘਰਸ਼, ਕਿਸਾਨੀ ਮੋਰਚਾ ਜਿਹੜਾ ਉਹ ਲੱਗਾ ਰਹੂਗਾ। ਜੇ ਸਰਕਾਰ ਇਹ ਸਮਝਦੀ ਆ ਵੀ ਸ਼ਾਇਦ ਆਪਾਂ ਇਸ ਘੋਲ ਨੂੰ ਥੜਕਾ ਦਿਆਂਗੇ, ਪਰ ਉਹ ਅਸਲ ਦੇ ਵਿੱਚ ਉਹ ਇਹ ਕਿਸਾਨ ਘੋਲ ਨੂੰ ਲਮਕਾ ਕੇ ਉਹ ਆਪਣੇ ਪੈਰਾਂ ਉੱਤੇ ਆਪ ਹੀ ਕੁਹਾੜਾ ਮਾਰ ਰਹੀ ਹੈ। ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਆਪਣੇ ਬੰਬਈ ਦੇ ਵਿੱਚ, ਤੇਲੰਗਾਨਾ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਆਂਧਰਾ ਪ੍ਰਦੇਸ਼ ਦੇ ਵਿੱਚ, ਬਿਹਾਰ ਦੇ ਵਿੱਚ ਵੱਡੀ ਪੱਧਰ 'ਤੇ ਕਿਸਾਨਾਂ ਨੇ ਇਕੱਠੇ ਹੋ ਕੇ ਆਪਣਾ ਇਹਨਾਂ ਕਾਨੂੰਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਇਹ ਹੌਲੀ ਹੌਲੀ ਜਿਹੜਾ ਇਹ ਪੰਜਾਬ ਹਰਿਆਣਾ ਦੇ ਕਿਸਾਨਾਂ ਦਾ ਅੰਦੋਲਨ ਨਾ ਰਹਿ ਕੇ ਇਸ ਵੇਲੇ ਸਮੁੱਚੇ ਹਿੰਦੁਸਤਾਨ ਦੇ ਕਿਸਾਨਾਂ ਦਾ ਜਿਹੜਾ ਅੰਦੋਲਨ ਬਣ ਗਿਆ। ਔਰ ਇਹੋ ਕੁਛ ਹੀ ਅਸੀਂ ਚਾਹੁੰਦੇ, ਇਹੋ ਕੁਛ ਹੀ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਕਿ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਵੱਡੀ ਪੱਧਰ ਵਿੱਚ ਫੈਲੇ, ਤਾਂ ਕਿ ਜਿੰਨੀ ਭਾਜਪਾ ਦੇ ਪੈਰਾਂ ਥੱਲਿਓਂ ਉਹਦਾ ਵੋਟ ਬੈਂਕ ਖਿਸੂਗਾ, ਉਨੀ ਉਹਦੇ ਵਾਸਤੇ ਨੁਕਸਾਨਦੇਹ ਹੋਊਗੀ। ਜਿੰਨੇ ਇਸ ਲੋਕ ਘੋਲ ਨੂੰ ਲਮਕਾਵੇਗੀ ਸਰਕਾਰ, ਉਨਾ ਉਹਦੇ ਵਾਸਤੇ ਉਹ ਖਤਰਨਾਕ ਹੋਊਗਾ। ਦੂਜੀ ਗੱਲ, ਇਹ ਜਿਹੜਾ ਆਪਾਂ 7 ਤਰੀਕ ਨੂੰ ਦਿੱਲੀ ਦੇ 4 ਚੁਫੇਰੇ ਵੱਖੋ ਵੱਖਰੀਆਂ ਪੜਾਵਾਂ ਦੇ ਉੱਤੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ, ਇਹ ਅਸਲ ਦੇ ਵਿੱਚ ਜਿਹੜਾ 26 ਤਰੀਕ ਨੂੰ ਕਿਸਾਨ ਜਥੇਬੰਦੀਆਂ ਨੇ ਲਾਲ ਕਿਲ੍ਹੇ ਵੱਲ ਨੂੰ ਟਰੈਕਟਰ ਮਾਰਚ ਕਰਨਾ, ਇਹ ਇੱਕ ਉਹਦਾ ਆਪਾਂ ਟ੍ਰੇਲਰ ਦਿਖਾ ਰਹੇ ਹਾਂ ਇਹਨਾਂ ਨੂੰ, ਭਾਜਪਾ ਦੀ ਸਰਕਾਰ ਨੂੰ। ਸ਼ਾਇਦ ਇਹਨਾਂ ਨੂੰ ਇਹ ਲੱਗਦਾ ਵੀ ਕਿਸਾਨ ਜਿਹੜੇ ਉਹ ਘੱਟ ਗਿਣਤੀ ਵਿੱਚ ਆਉਣਗੇ ਜਾਂ ਕਿਸਾਨ ਉਸ ਕੋਲ ਤੋਂ ਥਿੜਕ ਜਾਣਗੇ, ਪਰ ਇਹ ਜਿਹੜਾ 7 ਤਰੀਕ ਦਾ ਟਰੈਕਟਰ ਮਾਰਚ ਆ, ਇਹ 26 ਤਰੀਕ ਦੇ ਟਰੈਕਟਰ ਮਾਰਚ ਦਾ ਇੱਕ ਟ੍ਰੇਲਰ ਹੋਊਗਾ। ਤੇ ਜਿਹੜੀ ਉਹਨਾਂ ਦੀ ਭਾਜਪਾ ਸਰਕਾਰ ਦੀ ਕੋਸ਼ਿਸ਼ ਆ ਬਾਰ-ਬਾਰ ਉਹਨੂੰ ਲਮਕਾਉਣ ਦੀ, ਦੇਖੋ ਅਸੀਂ 2 ਤਰੀਕੇ ਦੇ ਨਾਲ ਚੱਲਦੇ ਹਾਂ। ਗੱਲਬਾਤ ਤੇ ਲੜਾਈ ਇਹ ਆਪਣੇ ਨਾਲੋਂ ਨਾਲ ਚੱਲਦੀ ਰਹਿੰਦੀ ਹੁੰਦੀ। ਕੁਛ ਲੋਕਾਂ ਨੂੰ ਸ਼ਾਇਦ ਇੱਦਾਂ ਲੱਗਦਾ ਵੀ ਬਾਰ-ਬਾਰ ਆਪਾਂ ਮੀਟਿੰਗਾਂ ਕਰਦੇ ਹਾਂ, ਉਹਦੇ ਵਿੱਚੋਂ ਸਿੱਟਾ ਜਿਹੜਾ ਉਹ ਨਹੀਂ ਨਿਕਲਦਾ। ਇਹ ਆਪਾਂ ਨੂੰ ਸਮਝ ਲੈਣਾ ਚਾਹੀਦਾ। ਕਿਸਾਨ ਜਥੇਬੰਦੀਆਂ ਇਸ ਗੱਲ ਬਾਰੇ ਪੂਰੀ ਤਰ੍ਹਾਂ ਸੁਚੇਤ ਆ। ਸਾਡੀ ਲੜਾਈ ਸਟੇਟ ਦੇ ਨਾਲ ਆ, ਸਾਡੀ ਲੜਾਈ ਰਾਜ ਸੱਤਾ ਦੇ ਨਾਲ ਆ, ਪਰ ਸ਼ਾਇਦ ਕਿਉਂਕਿ ਉਹਨਾਂ ਨੂੰ ਮੂੰਹ ਪੈ ਗਿਆ ਹੋਇਆ ਭਾਜਪਾ ਨੂੰ, ਕਿਉਂਕਿ ਉਹਨਾਂ ਨੇ ਹੁਣ ਤੱਕ ਜੋ ਕੁਝ ਵੀ ਕੀਤਾ ਉਹਦਾ ਕਿਸੇ ਨੇ ਇਸ ਤਰੀਕੇ ਦੇ ਨਾਲ ਉਹਦਾ ਟਾਕਰਾ ਨਹੀਂ ਕੀਤਾ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਉਹ ਦੇਸ਼ ਦਾ ਕਿਸਾਨ ਦੇ ਰਿਹਾ। ਉਹਦੇ ਵਿੱਚੋਂ ਪਹਿਲ ਜਿਹੜੀ ਆ ਉਹ ਪੰਜਾਬ ਦੇ ਕਿਸਾਨਾਂ ਨੇ ਨਿਧੜਕ ਹੋ ਕੇ ਕੀਤੀ। ਔਰ ਨਾਲ ਹੀ ਆਪਾਂ ਆਪਣੇ ਸਾਰੇ ਹਿੰਦੁਸਤਾਨ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਇਹ ਪੂਰਾ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਹ ਕਾਨੂੰਨ ਵਾਪਸ ਹੋਣਗੇ, ਵਾਪਸ ਕਰਵਾ ਕੇ ਹੀ ਉੱਥੋਂ ਆਵਾਂਗੇ। ਉੱਥੋਂ ਜਾਂ ਤਾਂ ਜਿੱਤ ਦੇ ਨਗਾਰੇ ਵਜਾ ਕੇ ਵਾਪਸ ਆਵਾਂਗੇ ਤੇ ਜਾਂ ਸਰਕਾਰ ਸਾਨੂੰ ਕੋਈ ਗੋਲੀ ਗਾਲੀ ਮਾਰ ਕੇ ਤੇ ਸਾਡੀਆਂ ਲਾਸ਼ਾਂ ਪੰਜਾਬ ਭੇਜੇ। ਕਾਨੂੰਨ ਸੋਧਾਂ ਸਾਨੂੰ ਮਨਜ਼ੂਰ ਨਹੀਂ ਹੈਗੀਆਂ।
ਕਾਨੂੰਨ ਵਾਪਸ ਹੀ ਲੈਣੇ ਪੈਣਗੇ ਇਹਨੂੰ ਸਰਕਾਰ ਨੂੰ। ਜੋ ਵੀ ਹੱਥ ਕੰਡੇ ਇਹਨੇ ਅਪਣਾਉਣੇ ਆ ਉਹ ਅਪਣਾ ਸਕਦੀ ਆ। ਜਿੰਨੀ ਸਰਕਾਰ ਦੇਰ ਕਰੂਗੀ ਉਨੀ ਉਹ ਆਪਣੇ ਪੈਰਾਂ ਤੇ ਉਹ ਆਪ ਕੁਹਾੜਾ ਜਿਹੜਾ ਉਹ ਮਾਰੂਗੀ। ਇਸੇ ਅੰਦੋਲਨ ਦੇ ਤਹਿਤ ਆਪਾਂ 14 ਜਨਵਰੀ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਉਹ ਇਹਨਾਂ ਤਿੰਨਾਂ ਕਾਨੂੰਨਾਂ ਦੀਆਂ ਕਾਪੀਆਂ ਉਹ ਸਾੜ ਰਹੇ ਹਾਂ। 6 ਤਰੀਕ ਤੋਂ ਲੈ ਕੇ 19 ਤਰੀਕ ਤੱਕ ਆਪਾਂ ਇੱਕ ਪੰਦਰਵਾੜਾ ਮਨਾ ਰਹੇ ਹਾਂ। ਉਹਦੇ ਵਿੱਚ ਆਪਾਂ ਲੋਕਾਂ ਨੂੰ, ਸਾਰੇ ਹਿੰਦੁਸਤਾਨ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੱਖਰੇ ਵੱਖਰੇ ਜਿਹੜੇ ਆ ਉਹ ਪ੍ਰਦਰਸ਼ਨ ਕੀਤੇ ਜਾ ਸਕਦੇ ਆ। ਕੁਛ ਹੋਰ ਕੋਈ ਰੈਲੀਆਂ ਮੁਜ਼ਾਹਰੇ ਕੀਤੇ ਜਾ ਸਕਦੇ, ਕੋਈ ਟਰੈਕਟਰ ਮਾਰਚ ਕੀਤਾ ਜਾ ਸਕਦਾ। ਕਿਸੇ ਵੀ ਤਰੀਕੇ ਆਪਾਂ ਨੂੰ ਉਹਨਾਂ ਲੋਕਾਂ ਨੂੰ ਜਿਹੜਾ ਉਹ ਆਪਾਂ ਜਾਗਰੂਕ ਕਰਨ ਵਾਸਤੇ ਉਹ ਇੱਕ ਮੁਹਿੰਮ ਆ। ਅਤੇ ਅੱਜ ਕੱਲ੍ਹ ਆਪਣੀ ਜੋ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ, ਆਪਣੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ, ਉਹ ਸਾਰੇ ਸਾਨੂੰ ਆਪਣੇ ਕਿਸਾਨ ਜਥੇਬੰਦੀਆਂ ਦੇ ਆਗੂਆਂ 'ਤੇ ਪੂਰਾ ਭਰੋਸਾ ਕਿ ਆਪਾਂ ਜੰਗ ਜਿੱਤ ਕੇ ਹੀ ਉੱਥੋਂ ਵਾਪਸ ਆਵਾਂਗੇ। ਸਰਕਾਰ ਜੋ ਵੀ ਹੀਲਾ ਇਸਨੇ ਵਰਤਣਾ ਉਹ ਵਰਤ ਸਕਦੀ ਆ, ਪਰ ਸਾਡਾ ਕਿਸਾਨ ਜਥੇਬੰਦੀਆਂ ਅਜੇ ਤੱਕ ਇਸ ਗੱਲ 'ਤੇ ਅਸੀਂ ਪੂਰੀ ਤਰ੍ਹਾਂ ਕਾਇਮ ਆ। ਕਾਨੂੰਨ ਵਾਪਸ, ਤਿੰਨੇ ਕਾਨੂੰਨ ਚਕਨਾਚੂਰ, ਇਸ ਤੋਂ ਘੱਟ ਨਹੀਂ ਮਨਜ਼ੂਰ। ਕਾਨੂੰਨ ਵਾਪਸ ਹੋਣਗੇ ਤਾਂ ਵਾਪਸ ਆਵਾਂਗੇ, ਨਹੀਂ ਤਾਂ ਜੋ ਸਰਕਾਰ ਨੇ ਸਾਡੇ 'ਤੇ ਗੋਲੀ ਚਲਾਉਣੀਆਂ, ਸਾਨੂੰ ਅਰੈਸਟ ਕਰਨਾ, ਸਾਨੂੰ ਹੋਰ ਕੁਝ ਵੀ ਕਰਨਾ, ਅਸੀਂ ਸਾਰਾ ਕੁਝ ਝੱਲਣ ਵਾਸਤੇ ਤਿਆਰ ਹਾਂ ਜੀ। ਪਿੰਡਰ ਸਾਹਿਬ, ਬਹੁਤ ਵਧੀਆ ਤੁਸੀਂ ਇਸ ਕਿਸਾਨ ਅੰਦੋਲਨ ਨੂੰ ਬਹੁਤ ਹੀ ਬਰੀਕ ਦੇ ਵਿੱਚ ਜਿਹੜਾ 37-38 ਦਿਨਾਂ ਦੀ ਕਾਰਗੁਜ਼ਾਰੀ ਸੀ ਉਹਨੂੰ ਦੱਸਿਆ। ਅਸੀਂ ਗੱਲ ਕਰੀਏ, ਕਿਸਾਨਾਂ ਨੇ ਇੱਕ ਬਹੁਤ ਵੱਡਾ ਨਿਰਣਾ ਲਿਆ ਸੀਗਾ ਵੀ ਇਸ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਆ ਕੋਈ ਵੀ ਸਿਆਸੀ ਪਾਰਟੀ ਦਾ ਪ੍ਰਤੀਨਿਧ ਨਹੀਂ ਸ਼ਮੂਲੀਅਤ ਕਰੂਗਾ, ਔਰ ਜੇ ਕਰੂਗਾ ਤਾਂ ਸਿਰਫ ਕਿਸਾਨ ਦੇ ਝੰਡੇ ਹੇਠ ਹੀ ਕਰੂਗਾ। ਤੇ ਪਿਛਲੇ ਕੁਝ ਸਮੇਂ ਤੋਂ ਇਹ ਦੇਖਿਆ ਗਿਆ, ਬਹੁਤ ਸਾਰੀਆਂ ਜਿਹੜੀਆਂ ਵੱਖ-ਵੱਖ ਕਾਂਗਰਸ ਦੀ ਗੱਲ ਕਰੀਏ, ਅਕਾਲੀਆਂ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਕਰੀਏ, ਉਹਨਾਂ ਨੇ ਵੱਖ-ਵੱਖ ਤੇ ਜਿਹੜਾ ਟਿਕਰੀ ਬਾਰਡਰ ਤੇ, ਆਪਣੇ ਸ਼ੰਭੂ ਬਾਰਡਰ ਤੇ, ਸਿੰਘੂ ਆਪਣੇ ਬਾਰਡਰ ਤੇ, ਇੱਥੇ ਇਹਨਾਂ ਬਾਰਡਰਾਂ ਤੇ ਲਿਆ ਕੇ ਇਹਨਾਂ ਨੇ ਵੱਖਰੇ ਆਪਣੇ ਧਰਨੇ ਲਾਏ। ਉਹਦੇ ਦੌਰਾਨ ਇੱਕ ਜਿਹੜਾ ਡਿੰਪਾ ਆ ਕਾਂਗਰਸੀ ਆਗੂ, ਉਹਦੇ ਨਾਲ ਸਾਡੀ ਮਹਿਲਾ ਪੱਤਰਕਾਰ ਦੇ ਨਾਲ ਵੀ ਦੁਰਵਿਵਹਾਰ ਕੀਤਾ ਗਿਆ ਉਸੇ ਕਵਰੇਜ ਦੇ ਦੌਰਾਨ। ਇਹ ਜਿਹੜਾ ਤੁਹਾਡਾ ਫੈਸਲਾ ਹੈ, ਜਿਹੜਾ ਜਿੱਦਾਂ ਇਸ ਫੈਸਲੇ ਦੌਰਾਨ ਕਈ ਲੀਡਰ ਪੋਲੀਟਿਕਸ ਕਈ ਇਹੋ ਜਿਹੇ ਆ ਜਿਹੜੇ ਖੁਦ ਖੇਤੀਬਾੜੀ ਕਰਦੇ ਆ ਔਰ ਖੇਤੀ ਨਾਲ ਸੰਬੰਧਿਤ ਆ ਔਰ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਚਾਹੁੰਦੇ ਆ ਜਾਂ ਤੁਰ ਰਹੇ ਆ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਅਸੀਂ ਇਹ ਸਮਝਦੇ ਹਾਂ ਇਹ ਸਾਡੀਆਂ ਕਿਸਾਨ ਜਥੇਬੰਦੀਆਂ ਦਾ ਇਹ ਫੈਸਲਾ, ਕੋਈ ਵੀ ਲੀਡਰ ਕਿਸਾਨਾਂ ਦੇ ਵਿੱਚ ਆ ਕੇ ਇੱਕ ਕਿਸਾਨ ਦੇ ਤੌਰ ਤੇ ਬਹਿ ਸਕਦਾ, ਪਰ ਅਸੀਂ ਉਹਨੂੰ ਉਹਦੀ ਪਾਰਟੀ ਦਾ ਜਾਂ ਉਹਦੀ ਪਾਰਟੀ ਦੇ ਬੁਲਾਰੇ ਦੇ ਤੌਰ ਤੇ ਅਸੀਂ ਉਹਨੂੰ ਸਟੇਜ ਉੱਤੇ ਬੋਲਣ ਨਹੀਂ ਦੇਣਾ। ਉਹ ਕੱਲਾ ਸਿੰਘੂ ਬਾਰਡਰ ਹੋਵੇ ਜਾਂ ਟਿਕਰੀ ਬਾਰਡਰ ਹੋਵੇ, ਮੇਰੇ ਖਿਆਲ ਮੁਤਾਬਕ ਅਜੇ ਤੱਕ ਕਿਸੇ ਵੀ ਲੀਡਰ ਨੂੰ ਉੱਥੋਂ ਸਟੇਜ ਉੱਤੇ ਬੋਲਣ ਨਹੀਂ ਦਿੱਤਾ ਗਿਆ। ਸਿਰਫ ਉੱਥੋਂ ਦੀ ਗੱਲ ਨਹੀਂ, ਅਸੀਂ ਤਾਂ ਪੰਜਾਬ ਵਿੱਚ ਲੋਕਲ ਸ਼ਹਿਰਾਂ ਵਿੱਚ ਵੀ ਕੋਈ ਵੀ ਬੰਦਾ, ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਹੋਵੇ, ਚਾਹੇ ਉਹ ਕਾਂਗਰਸ ਨਾਲ ਹੋਵੇ, ਚਾਹੇ ਉਹ ਅਕਾਲੀ ਦਲ ਦਾ ਹੋਵੇ, ਚਾਹੇ ਕੋਈ ਝਾੜੂ ਦਾ ਹੋਵੇ, ਅਸੀਂ ਆਪਣੇ ਲੋਕਲ ਕਿਸੇ ਧਰਨੇ ਦੇ ਵਿੱਚ ਵੀ, ਜਿੱਥੋਂ ਤੱਕ ਮੇਰੀ ਜਾਣਕਾਰੀ ਆ, ਅਸੀਂ ਉਹਨਾਂ ਨੂੰ ਉਸ ਪਾਰਟੀ ਵੱਲੋਂ ਬੋਲਣ ਨਹੀਂ ਦਿੱਤਾ ਜਾਂਦਾ। ਕੋਈ ਇੱਕ ਕਿਸਾਨ ਦੇ ਤੌਰ ਤੇ, ਕੋਈ ਇੱਕ ਆਮ ਨਾਗਰਿਕ ਦੇ ਤੌਰ ਤੇ ਉਹਦੇ ਵਿੱਚ ਆ ਕੇ ਬਹਿ ਜਾਵੇ, ਅਸੀਂ ਉਹਨੂੰ ਮਨਾ ਨਹੀਂ ਕਰਦੇ, ਕਿਉਂਕਿ ਪੰਜਾਬ ਦੇ ਲੋਕ ਔਰ ਹਿੰਦੁਸਤਾਨ ਦੇ ਲੋਕ ਭਲੀ ਭਾਂਤ ਜਾਣ ਚੁੱਕੇ ਆ, ਚਾਹੇ ਉਹ ਕਾਂਗਰਸ ਵਾਲੇ ਹੋਣ, ਚਾਹੇ ਉਹ ਅਕਾਲੀ ਹੋਣ, ਚਾਹੇ ਉਹ ਝਾੜੂ ਵਾਲੇ ਹੋਣ। ਇਹ ਚੋਰ ਮਸੇਰੇ ਭਾਈ ਆ। ਨਾ ਸਾਨੂੰ ਅਕਾਲੀ ਦਲ ਦੀਆਂ ਡਾਂਗਾਂ ਭੁੱਲੀਆਂ, ਨਾ ਸਾਨੂੰ ਕਾਂਗਰਸੀਆਂ ਦੀਆਂ ਭੁੱਲੀਆਂ, ਨਾ ਸਾਨੂੰ ਅਰਵਿੰਦ ਕੇਜਰੀਵਾਲ ਦਾ ਜਿਹੜਾ ਪੰਜਾਬ ਦਾ ਧੂੰਆਂ ਉਹਦੀਆਂ ਅੱਖਾਂ ਵਿੱਚ ਪੈਂਦਾ ਸੀ, ਸਾਨੂੰ ਉਹ ਵੀ ਨਹੀਂ ਭੁੱਲਿਆ। ਅਸੀਂ ਕਿਸਾਨ ਆਪਣੀ ਜ਼ਮੀਨ ਵਾਸਤੇ ਲੜ ਰਹੇ ਹਾਂ, ਅਸੀਂ ਆਪਣੀ ਹੋਂਦ ਬਚਾਉਣ ਵਾਸਤੇ ਲੜ ਰਹੇ ਹਾਂ, ਔਰ ਇਹ ਲੋਕ ਆਪਣੀਆਂ ਕੁਰਸੀਆਂ ਬਚਾਉਣ ਵਾਸਤੇ, ਆਪਣੀ ਹੋਂਦ ਬਚਾਉਣ ਵਾਸਤੇ, ਆਪਣੀਆਂ ਜਿਹੜੀ ਇਹਨਾਂ ਨੇ ਮੋਹਰੇ ਲੀਡਰੀ ਦੇ ਸੁੱਖ ਭੋਗਣੇ ਆ, ਇਹ ਆਪਣੇ ਉਹਨਾਂ ਸੁੱਖਾਂ ਵਾਸਤੇ ਲੜ ਰਹੇ ਆ। ਅਸੀਂ ਆਪਣੀ ਜ਼ਮੀਨ ਬਚਾਉਣ ਵਾਸਤੇ ਉਹ ਲੜ ਰਹੇ ਹਾਂ ਅਤੇ ਲੜਦੇ ਰਵਾਂਗੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਾਡਾ ਪੱਕਾ ਜਥੇਬੰਦੀਆਂ ਦਾ ਫੈਸਲਾ, ਕਿਸੇ ਵੀ ਲੀਡਰ ਨੂੰ, ਸਿਆਸੀ ਲੀਡਰ ਨੂੰ ਸਟੇਜ ਦੇ ਉੱਤੋਂ ਬੋਲਣ ਦੀ ਆਗਿਆ ਨਹੀਂ। ਕੋਈ ਆ ਕੇ ਆਮ ਦੇ ਵਿੱਚ ਬਹਿ ਜਾਂਦਾ ਤੇ ਉਹਦੇ ਵਾਸਤੇ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ। ਕੋਈ ਬੰਦਾ ਆਪ ਸੁਧਾਰਨ ਆ ਕੇ ਬਹਿ ਜਾਵੇ, ਉਹਦੇ ਵਾਸਤੇ ਆਪਾਂ ਨਹੀਂ ਰੋਕਦੇ। ਪਰ ਇਹ ਗੱਲ ਭਲੀ ਭਾਂਤ ਪੰਜਾਬ ਦਾ, ਹਿੰਦੁਸਤਾਨ ਦਾ ਬੱਚਾ ਇਹਨਾਂ ਦੇ ਜਿਹੜੇ ਮਗਰਮੱਛ ਦੇ ਹੰਝੂ ਆ, ਇਹਨਾਂ ਦੇ ਜਿਹੜੀਆਂ ਮੋਮੋ ਠਗਣੀਆਂ, ਉਹ ਲੋਕੀ ਸਮਝ ਚੁੱਕੇ ਆ। ਇਹ ਜੋ ਮਰਜ਼ੀ ਕਰ ਲੈਣ, ਚਾਹੇ ਉਹ ਕਾਂਗਰਸ ਵਾਲੇ ਹੋਣ, ਚਾਹੇ ਅਕਾਲੀ ਹੋਣ, ਚਾਹੇ ਕੋਈ ਵੀ ਹੋਵੇ, ਲੋਕਾਂ ਨੂੰ ਹੁਣ ਚੰਗੀ ਤਰ੍ਹਾਂ ਇਹਨਾਂ ਦੀਆਂ ਜਿਹੜੀਆਂ ਸਿਆਸੀ ਚਾਲਾਂ, ਲੁੰਬੜ ਚਾਲਾਂ ਲੋਕਾਂ ਨੂੰ ਸਮਝ ਆ ਚੁੱਕੀਆਂ। ਲੋਕ ਇਹਨਾਂ ਤੋਂ ਅੱਕੇ ਪਏ ਆ, ਲੋਕ ਇਹਨਾਂ ਨੂੰ ਹੁਣ ਮੂੰਹ ਨਹੀਂ ਲਾਉਣਗੇ। ਸੋ ਆਪਾਂ ਕਦੀ ਵੀ ਕੋਈ ਵੀ ਸਿਆਸੀ ਪਾਰਟੀ ਦਾ ਆਗੂ ਜਿਹੜਾ ਸਟੇਜ 'ਤੇ, ਮੇਰੇ ਖਿਆਲ ਮੁਤਾਬਕ ਅਜੇ ਤੱਕ ਨਾ ਬੋਲਿਆ ਤੇ ਨਾ ਕਿਸੇ ਨੂੰ ਸਿਆਸੀ ਪਾਰਟੀ ਨੂੰ ਆਗੂ ਨੂੰ ਸਟੇਜ 'ਤੇ ਬੋਲਣ ਦਿੱਤਾ ਜਾਊਗਾ। ਔਰ ਸਾਡੇ ਕਿਸਾਨ ਅੰਦੋਲਨ ਦੀ ਵਿਸ਼ੇਸ਼ਤਾ, ਔਰ ਮੈਂ ਸਮਝਦਾ ਵੀ ਉਹਦੀ ਸਫਲਤਾ ਵੀ ਇਸ ਗੱਲ ਵਿੱਚ ਆ। ਇਹ ਸਿਰਫ ਕਾਂਗਰਸ ਅਕਾਲੀ ਨਹੀਂ, ਹੋਰ ਵੀ ਰਾਜਨੀਤਿਕ ਪਾਰਟੀਆਂ, ਕੋਈ ਹੋਰ ਵੀ ਸੱਜੀਆਂ ਖੱਬੀਆਂ ਜਾਂ ਹੋਰ ਵੀ ਜਿਹੜੀਆਂ ਪਾਰਟੀਆਂ,
ਕਿਸੇ ਦਾ ਵੀ ਆਗੂ ਕਿਸੇ ਸਟੇਜ ਤੋਂ ਉਹ ਆਪਣੀ ਰਾਜਨੀਤਿਕ ਪਾਰਟੀ ਦੇ ਤੌਰ ਤੇ ਨਹੀਂ ਬੋਲਿਆ ਤੇ ਨਾ ਕਿਸੇ ਨੂੰ ਬੋਲਣ ਦਿੱਤਾ ਜਾਊਗਾ ਜੀ। ਪਿੰਡਰ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ। ਇਹ ਜਿਹੜੀਆਂ ਇਸ ਵੇਲੇ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਆ ਰਹੀਆਂ ਤੇ ਨਾਲ ਦੀ ਨਾਲ ਹੁਣ ਸ਼ਹਿਰਾਂ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਆਉਣ ਵਾਲੀਆਂ ਆ, ਕੀ ਤੁਹਾਨੂੰ ਲੱਗਦਾ ਇਹ ਜਿਹੜਾ ਅੰਦੋਲਨ ਕਿਸਾਨ ਅੰਦੋਲਨ ਆ ਉਹਨਾਂ ਚੋਣਾਂ ਤੇ ਭਾਰੂ ਹੋਊਗਾ ਜਾਂ ਇਹਦਾ ਜਿਹੜਾ ਖਮਿਆਜਾ ਉਹਨਾਂ ਨੂੰ ਭੁਗਤਣਾ ਪਊਗਾ? ਬਿਲਕੁਲ ਜੀ ਬਿਲਕੁਲ। ਇਹਨਾਂ ਚੋਣਾਂ ਦੇ ਵਿੱਚ ਜਿੰਨੀਆਂ ਵੀ ਰੂਲਿੰਗ ਪਾਰਟੀਆਂ ਉਹਨਾਂ ਨੂੰ ਉਹਦਾ ਖਮਿਆਜਾ ਭੁਗਤਣਾ ਹੀ ਪਊਗਾ। ਔਰ ਖ਼ਾਸ ਕਰਕੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਜਿਹੜੀ ਸ਼ਾਇਦ ਆਪਣੇ ਆਪ ਨੂੰ ਇਹ ਸਮਝਦੀ ਆ ਵੀ ਜਿੰਨਾ ਅਸੀਂ ਕਿਸਾਨ ਘੋਲ ਨੂੰ ਲਮਕਾਵਾਂਗੇ ਸ਼ਾਇਦ ਕਿਸਾਨ ਥਿੜਕ ਜਾਣਗੇ ਜਾਂ ਘੋਲ ਖਿੰਡਰ ਜਾਊਗਾ, ਜਾਂ ਹੋ ਸਕਦਾ ਉਹਨਾਂ ਵਿੱਚੋਂ ਕੋਈ ਉਹ ਮਨਸ਼ਾ ਹੋਵੇ ਕੋਈ ਇੱਕ ਦੋ ਬੰਦੇ ਇੱਧਰ ਉੱਧਰ ਹਿੱਲ ਜਾਣ, ਪਰ ਇਹ ਕੁਝ ਨਹੀਂ ਹੋਣਾ। ਉਹਨਾਂ ਦੇ ਪੈਰਾਂ ਥੱਲਿਓਂ ਹੌਲੀ ਹੌਲੀ ਸਾਰੇ ਹਿੰਦੁਸਤਾਨ ਵਿੱਚੋਂ ਭਾਜਪਾ ਦੀ ਜ਼ਮੀਨ ਉਹ ਖਿਸਕਣੀ ਆ, ਉਹਦਾ ਨੁਕਸਾਨ ਉਹਨੂੰ ਹੀ ਹੋਣਾ ਤੇ ਸਿਆਸੀ ਪਾਰਟੀਆਂ ਨੂੰ ਵੀ ਇਹਦਾ ਨੁਕਸਾਨ ਜਿਹੜਾ ਉਹ ਹੋਣਾ ਲਾਜ਼ਮੀ ਆ ਜੀ। ਪਿੰਡਰ ਸਾਹਿਬ ਆਪਾਂ ਹੋਰ ਇਹਦੇ ਨਾਲ ਦੀ ਨਾਲ ਇੱਕ ਗੱਲ ਕਰੀਏ, ਜਿਵੇਂ ਪਿਛਲੇ ਕਾਫੀ ਜਿਹੜਾ ਸਮੇਂ ਤੋਂ ਹੈ ਜਿਹੜਾ ਕਿਸਾਨਾਂ ਦਾ ਘੋਲ ਚੱਲ ਰਿਹਾ, ਜਿਹਦੇ ਵਿੱਚ ਕਿਸੇ ਵੀ ਪੋਲੀਟੀਕਲ ਵਿਅਕਤੀ ਨੇ ਸ਼ਮੂਲੀਅਤ ਨਹੀਂ ਕੀਤੀ ਤੇ ਨਾ ਹੀ ਤੁਸੀਂ ਕਰਨ ਦਿੱਤੀ ਹੈ। ਉਹਨੂੰ ਕਿਸਾਨਾਂ ਨੇ ਬਹੁਤ ਸੰਯੁਕਤ ਰੂਪ ਦੇ ਵਿੱਚ ਇਕੱਠੇ ਰੂਪ 'ਚ ਨਿਰਣਾ ਲਿਆ ਤੇ ਉਹਦੇ ਵਿੱਚ ਉਹ ਪ੍ਰਪੱਕ ਵੀ ਤੇ ਸਫਲ ਵੀ ਨੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਹਾਡੇ ਕਲਾਕਾਰਾਂ ਦੇ ਜਿਹੜੇ ਟੀਵੀ ਕਲਾਕਾਰ ਆ, ਗਾਇਕ ਕਲਾਕਾਰ, ਉਹਨਾਂ ਨੇ ਤੁਹਾਡਾ ਬਹੁਤ ਸਹਿਯੋਗ ਦਿੱਤਾ ਤੇ ਤੁਹਾਡੇ ਨਾਲ ਮੋਢੇ ਤੇ ਮੋਢਾ ਲਾ ਕੇ ਉੱਥੇ ਅੱਜ ਵੀ ਸਟੇਜਾਂ ਦੇ ਵਿੱਚ ਆਪਣਾ ਕਰਦੇ ਆ। ਕੋਈ ਕੀਰਤਨ ਹੋ ਰਿਹਾ ਉੱਥੇ ਵੱਖ-ਵੱਖ ਤਰਸੇਮ ਸਿੰਘ ਮੂਰਾਂ ਵਾਲੀ ਜਾਂ ਹੋਰ ਢਾਡੀ ਜਿਹੜੇ ਆ ਹੋਰ ਕੀਰਤਨੀ ਜਥੇ ਵਿੱਚ ਕਰ ਰਹੇ ਆ। ਕੀ ਤੁਹਾਨੂੰ ਲੱਗਦਾ ਇਸ ਅੰਦੋਲਨ ਦੇ ਦੌਰਾਨ ਕੋਈ ਹੋਰ ਚੌਥੀ ਪਾਰਟੀ ਜਿਹੜਾ ਇੱਕ ਆ ਕੇ ਸਾਹਮਣੇ ਆਉਣ ਦੀ ਹੈ ਸੰਭਾਵਨਾ ਕੋਈ ਕਿਸਾਨ ਅੰਦੋਲਨ ਦੇ ਵਿੱਚੋਂ ਕੋਈ? ਦੇਖੋ ਮੈਂ ਇਸ ਗੱਲ ਬਾਰੇ ਤੁਹਾਡੇ ਨਾਲ ਨਹੀਂ ਕਹਿ ਸਕਦਾ ਕਿਉਂਕਿ ਚੌਥੀ ਪਾਰਟੀ ਆਉਣ ਦੀ ਮੈਂ ਜਿਹੜੀ ਮੇਰੀ ਆਪਣੀ ਨਿੱਜੀ ਤੌਰ ਤੇ ਸਮਝ ਕੋਈ ਆਪਾਂ ਇਹਦੇ ਬਾਰੇ ਨਹੀਂ ਕਹਿ ਸਕਦੇ, ਪਰ ਕਿਸਾਨ ਜਥੇਬੰਦੀ ਕੋਈ ਮੇਰੇ ਸਮਝ ਮੁਤਾਬਕ ਉਹ ਜਿਹੜੀ ਹੈ ਵੋਟਾਂ ਲੜਨ ਵੱਲ ਜਾਂ ਕਿਸੇ ਹੋਰ ਵੱਲ ਨਹੀਂ ਹੋ ਸਕਦੀ। ਹਾਂ, ਲੋਕਾਂ ਦੀ ਸ਼ਕਤੀ ਭਾਰੂ ਹੁੰਦੀ ਆ, ਲੋਕ ਤਾਕਤ ਭਾਰੂ ਹੁੰਦੇ ਆ। ਲੋਕ ਜੇ ਚਾਹਣਗੇ, ਲੋਕਾਂ ਦੀ ਤਾਕਤ ਚਾਹੂਗੀ ਤਾਂ ਉਹ ਜੋ ਵੀ ਸੰਭਵ ਆ ਉਹ ਲੋਕ ਕਰ ਸਕਦੇ ਆ। ਔਰ ਇਸ ਗੱਲ ਦੀ ਸੰਭਾਵਨਾ ਜਿਹੜੀ ਆ ਉਹ ਲੋਕਾਂ ਦੇ ਸਿਰੜ ਤੇ, ਲੋਕਾਂ ਦੀ ਜਥੇਬੰਦੀ ਦੇ, ਲੋਕਾਂ ਦੀ ਸਮਝ ਤੇ ਟਿਕੀ ਹੋਈ ਆ। ਕਿਉਂਕਿ ਕੋਈ ਵੀ ਲੀਡਰ ਜਾਂ ਕੋਈ ਵੀ ਪਾਰਟੀ ਜਿਹੜੀ ਆ ਉਹ ਜੇਤੂ ਨਹੀਂ ਹੁੰਦੀ, ਉਹ ਨਹੀਂ ਘੋਲ ਲੜਦੀ। ਘੋਲ ਹਮੇਸ਼ਾ ਲੋਕ ਲੜਦੇ ਆ। ਜੇ ਲੋਕ ਸਾਡੇ ਮਗਰ ਆ ਤੇ ਤਾਂ ਹੀ ਅਸੀਂ ਲੀਡਰ ਆ, ਜੇ ਲੋਕ ਸਾਡੇ ਨਾਲ ਆ ਤਾਂ ਹੀ ਸਾਡੀ ਜਥੇਬੰਦੀ। ਜੇ ਲੋਕ ਚਾਹਣਗੇ ਵੀ ਆਪਾਂ ਇਹਨਾਂ ਤਿੰਨਾਂ ਪਾਰਟੀਆਂ ਨੂੰ, ਚਾਰ ਪਾਰਟੀਆਂ ਜਿਹੜੀਆਂ ਪਹਿਲਾਂ ਰੂਲਿੰਗ ਆ ਵੀ ਉਹਨਾਂ ਨੂੰ ਨਕਾਰ ਕੇ ਕੋਈ ਕਿਸਾਨਾਂ ਦੀ ਜਾਂ ਕੋਈ ਹੋਰ ਆਪਾਂ ਜਥੇਬੰਦੀ ਨੂੰ ਅੱਗੇ ਲਿਆਈਏ ਤਾਂ ਉਹ ਲੋਕਾਂ ਦੀ ਇੱਛਾ ਦੇ ਮੁਤਾਬਕ ਜਿਹੜੇ ਆ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ ਜੀ। ਬਿਲਕੁਲ ਪਿੰਡਰ ਸਾਹਿਬ, ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਬਹੁਤ ਵਧੀਆ ਕੀਤੀਆਂ। ਮੇਰਾ ਇੱਥੇ ਸਵਾਲ ਕਰਨ ਦਾ ਮਤਲਬ ਸੀਗਾ ਕਿਉਂਕਿ ਅਸੀਂ ਪਿਛਲੇ ਕਾਫੀ ਸਮੇਂ ਤੋਂ ਦੇਖਦੇ ਹਾਂ ਵੀ ਆਮ ਜਿਹੜੇ ਲੋਕ ਆ, ਆਵਾਮ ਜਿਹੜੀ ਆ ਪਿੰਡਾਂ ਦੇ ਵਿੱਚ ਬੈਠੀ ਆ, ਉਹ ਜਿਹੜਾ ਕਿਸਾਨੀ ਘੋਲ ਨੂੰ ਲਿਖਦੀ ਆ। ਕਿਉਂਕਿ ਦਿੱਲੀ ਦੇ ਵਿੱਚ ਹੋ ਸਕਦਾ ਇਹ ਜਿਹੜਾ ਤੁਹਾਡਾ ਅੰਦੋਲਨ ਆ, ਕਿਸਾਨਾਂ ਦਾ ਅੰਦੋਲਨ ਆ, ਸਾਡਾ ਅੰਦੋਲਨ ਆ, ਵੀ ਜੇ ਪੰਜਾਬ ਦਾ ਮੀਡੀਆ ਉੱਥੇ ਜਾ ਕੇ ਤੁਹਾਡੇ ਨਾਲ ਇਹ ਜਿਹੜੀ ਅਸਲੀ ਕਿਸਾਨਾਂ ਦੀ ਗੱਲ ਲੋਕਾਂ ਤੱਕ ਨਾ ਪਹੁੰਚਾਉਂਦਾ ਤੇ ਜਿਹੜਾ ਸੈਂਟਰ ਦਾ ਮੀਡੀਆ, ਜਿਹਨੂੰ ਗੋਦੀ ਮੀਡੀਆ ਤੁਹਾਡੇ ਵੱਲੋਂ ਕਿਹਾ ਜਾਂਦਾ, ਸਾਡੇ ਵੱਲੋਂ ਵੀ ਕਿਹਾ ਜਾਂਦਾ, ਜਿਹੜਾ ਕਿਸੇ ਹੱਕ ਤੱਕ ਦੀ ਗੱਲ ਨਹੀਂ ਕਰ ਸਕਦਾ, ਤੇ ਉਹ ਇਸ ਅੰਦੋਲਨ ਨੂੰ ਹੋਰ ਰੂਪ ਦੇਣ ਲਈ ਤਿਆਰ ਸਾ। ਕਿਉਂਕਿ ਜਿਹੜੇ ਕਿਸਾਨ ਸਾਡੇ ਵੀਰ, ਸਾਡੇ ਬਜ਼ੁਰਗ ਉੱਥੇ ਬੈਠੇ ਆ, 60-70 ਸਾਲ ਦੇ ਬੈਠੇ, 80 ਸਾਲ ਦੇ ਬੈਠੇ ਆ, ਉਹਨਾਂ ਨੂੰ ਅੱਤਵਾਦੀ, ਆਤੰਕਵਾਦੀ, ਉਗਰਵਾਦੀ ਜਿਹੜਾ ਉਹ ਕਿਹਾ ਜਾਂਦਾ ਸਾ, ਨਕਸਲਵਾਦੀ ਕਿਹਾ ਜਾਂਦਾ ਸਾ। ਇਹਦਾ ਇਹ ਵੀ ਇੱਕ ਬਹੁਤ ਜਿਹੜਾ ਲੋਕਾਂ ਦੇ ਵਿੱਚ ਜੋਸ਼ ਸੀਗਾ ਤੇ ਉਹਦੇ ਵਿੱਚ ਲੋਕਾਂ ਨੂੰ ਐਂ ਲੱਗਦਾ ਆ, ਉਹ ਗੱਲ ਕਰਦੇ ਆ ਜਿਵੇਂ ਤੁਸੀਂ ਮੇਰੇ ਸਵਾਲ ਦਾ ਜਵਾਬ ਦਿੱਤਾ ਪਰ ਉਹ ਸਪਸ਼ਟ ਰੂਪ 'ਚ ਨਹੀਂ ਦਿੱਤਾ, ਉਹਨੂੰ ਤੁਸੀਂ ਗੋਲ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਜਿਹੜੀ ਲੋਕਾਂ ਦੀ ਆਸ ਆ, ਲੋਕਾਂ ਦੀ ਗੱਲਬਾਤ ਆ, ਲੋਕ ਇਹ ਦੇਖਦੇ ਆ, ਲੋਕ ਇਹ ਚਾਹੁੰਦੇ ਆ ਵੀ ਇਹ ਜਿਹੜਾ ਕਿਸਾਨਾਂ ਨੇ ਬਿਨਾਂ ਕਿਸੇ ਲੀਡਰ ਤੋਂ, ਬਿਨਾਂ ਕਿਸੇ ਦੀ ਅਗਵਾਈ ਤੋਂ ਇੰਨਾ ਅੰਦੋਲਨ ਬਹੁਤ ਹੀ ਵਧੀਆ ਦਾਇਰੇ 'ਚ ਰਹਿ ਕੇ ਚਲਾਇਆ ਔਰ ਇਸ ਅੰਦੋਲਨ ਨੂੰ ਇੱਥੇ ਤੱਕ ਪ੍ਰਪੱਕ ਹੋਏ, ਸਫਲ ਹੋਇਆ। ਇਹਦੇ ਵਿੱਚੋਂ ਹੀ ਜੇ ਕੋਈ ਪਾਰਟੀ ਜਾਂ ਕਿਸੇ ਕਾਰਨ ਸੰਯੁਕਤ ਰੂਪ 'ਚ ਕੋਈ ਪਾਰਟੀ ਬਣਦੀ ਆ, ਇਹ ਜ਼ਰੂਰੀ ਨਹੀਂ ਪਾਰਟੀ ਰਾਜਨੇਤਾ ਜਾਂ ਰਾਜ ਭਾਗ ਭੋਗਣ ਲਈ ਹੁੰਦੀ ਆ। ਕਈ ਵਾਰ ਲੋਕਾਂ ਦੀ ਆਵਾਮ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਉਹਨਾਂ ਨੂੰ ਰਾਜ ਸਭਾ ਜਾਂ ਵਿਧਾਨ ਸਭਾ 'ਚ ਭੇਜਿਆ ਜਾਂਦਾ। ਹੋ ਸਕਦਾ ਇਹੋ ਜਿਹਾ ਵੀ ਕੋਈ ਉੱਥੇ ਇੱਕ ਬਦਲ ਜਿਹੜਾ ਉਹ ਸਾਹਮਣੇ ਆਵੇ ਤਾਂ ਕਿ ਲੋਕਾਂ ਨੂੰ ਲੱਗੇ ਵੀ ਇਹ ਜਿਹੜਾ ਆ ਇਹ ਦੇਸ਼ ਦੀ, ਪੰਜਾਬ ਦੀ ਨੁਹਾਰ ਜਿਹੜਾ ਬਦਲ ਸਕਦਾ ਹੈ। ਸੋ ਮੇਰੇ ਸਵਾਲਾਂ ਦੇ ਨਾਲ ਆਪਾਂ ਇਹ ਗੱਲ ਕਰੀਏ, ਪਿਛਲੇ ਸਮੇਂ 'ਚ ਰਾਜਨਾਥ ਜਿਹੜਾ ਆ ਉਹਨੇ ਗੱਲ ਕਹੀ ਸੀ ਵੀ ਇਹ ਜਿਹੜਾ ਕਾਨੂੰਨ ਆ ਇਹ ਕਿਸਾਨਾਂ ਦਾ, ਇਹਨੂੰ 2 ਸਾਲ ਜਿਹੜਾ ਲਾਗੂ ਕਰ ਦਿੱਤਾ ਜਾਵੇ, ਉਹ ਤੋਂ ਬਾਅਦ ਫਿਰ ਇਹਨੂੰ ਅਮੈਂਡਮੈਂਟ ਕਰਨ ਦੀ ਜਾਂ ਇਹ ਸੋਧ ਕਰਨ ਦੀ ਕੀਤੀ ਜਾਵੇ। ਉਹਨਾਂ ਦੀ ਇਹ ਗੱਲ ਕਿੱਥੇ ਹੱਦ ਤੱਕ ਠੀਕ ਸੀ? ਇੱਕ ਜ਼ਿੰਮੇਵਾਰ ਨਾਗਰਿਕ ਕਿਸਾਨਾਂ ਦੇ ਇਸ ਅੰਦੋਲਨ ਨੂੰ ਇਹ ਗੱਲ ਕਹਿ ਰਿਹਾ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹਦੇ ਬਾਰੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਇਹ ਸਰਕਾਰ ਵੱਲੋਂ ਜਿਹੜੀ ਆਪਣੀ ਪਹਿਲਾਂ ਮੀਟਿੰਗ ਆਈ ਸੀ ਉਹਦੇ ਵਿੱਚ ਵੀ ਉਹਨਾਂ ਨੇ ਇਹੋ ਗੱਲ ਕੀਤੀ ਸੀ ਵੀ ਆਪਾਂ ਕੁਝ ਸਮੇਂ ਵਾਸਤੇ ਇਹਨਾਂ ਕਾਨੂੰਨਾਂ ਨੂੰ ਰੋਕ ਲੈਂਦੇ ਹਾਂ ਜੀ, ਵੀ ਆਪਾਂ ਉਹਨਾਂ ਨੂੰ ਲਾਗੂ ਨਹੀਂ ਕਰਦੇ 6 ਮਹੀਨੇ, ਸਾਲ ਜਾਂ 2 ਸਾਲ। ਪਰ ਗੱਲ ਤਾਂ ਇਹ ਹੈ ਵੀ ਜਦੋਂ ਆਪਾਂ ਇੱਕ ਵਾਰੀ ਉੱਥੋਂ ਉੱਠ ਗਏ, ਜਦੋਂ ਆਪਾਂ ਇੱਕ ਵਾਰੀ ਆਪਣਾ ਅੰਦੋਲਨ ਵਾਪਸ ਲੈ ਲਿਆ, ਇਹ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਘੱਟੋ ਘੱਟ ਮੇਰੀ ਆਪਣੀ ਉਮਰ ਦੇ ਵਿੱਚ ਸਾਨੂੰ ਇੰਨੇ ਸਾਲ ਹੋ ਗਏ
ਕਿਸਾਨੀ ਵਾਸਤੇ ਸੰਘਰਸ਼ ਕਰਦਿਆਂ ਨੂੰ, ਪਰ ਇਹ ਪਹਿਲੀ ਵਾਰੀ ਲੋਕਾਂ ਦੇ ਵਿੱਚ ਇੰਨਾ ਜਜ਼ਬਾ, ਇੰਨਾ ਲੋਕਾਂ ਦਾ ਇਕੱਠ, ਇੰਨਾ ਲੋਕਾਂ ਦਾ ਉਤਸ਼ਾਹ, ਇਹ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਨਾ ਹੋ ਸਕੇ, ਕਿਉਂਕਿ ਸਮੇਂ ਦੀ ਭਵਿੱਖ ਦਾ ਵਿੱਚ ਤਾਂ ਕੋਈ ਨਹੀਂ ਦੱਸ ਸਕਦਾ। ਪਰ ਸਾਡੀ ਅਕਲ ਮੁਤਾਬਕ ਜਿੰਨਾ ਲੋਕਾਂ ਦਾ ਇਕੱਠ ਆ, ਜਿੰਨਾ ਲੋਕਾਂ ਦਾ ਏਕਤਾ, ਉਹ ਬਰਕਰਾਰ ਉਹ ਪਹਿਲਾਂ ਕਦੇ ਨਹੀਂ ਹੋਇਆ। ਸੋ ਇਹ ਵੀ ਉਹਨਾਂ ਦੀ ਇੱਕ ਮੋਮੋ ਠਗਣੀਆਂ ਗੱਲਾਂ ਆ ਵੀ ਆਪਾਂ ਇਹਨੂੰ ਕੁਛ ਚਿਰ ਵਾਸਤੇ ਡਿਲੇ ਕਰ ਦਿੰਦੇ ਆ, ਆਪਾਂ ਨੂੰ ਉਹਦੇ ਵਿੱਚ ਜਿਹੜੀਆਂ ਉਹ ਸੋਧਾਂ ਕਰ ਦਿੰਦੇ ਆ, ਆਪਾਂ ਇਦਾਂ ਕਰ ਲੈਂਦੇ ਆ। ਕਦੀ ਉਹ ਜਿਹੜੇ ਪਰਾਲੀ ਵਾਲੇ ਕਾਨੂੰਨ ਆ ਜਾਂ ਜਿਹੜਾ ਸਬਸਿਡੀ ਵਾਲੀ ਆ, ਉਹ ਆਪਾਂ ਜਿਹੜਾ ਉਹਨੂੰ ਵਾਪਸ ਲੈਣ, ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਉਹ ਲੋਕਾਂ ਦੇ ਵਿੱਚ ਭਰਮ ਭੁਲੇਖੇ, ਕਿਸਾਨ ਜਥੇਬੰਦੀਆਂ ਦੇ ਵਿੱਚ ਭਰਮ ਭੁਲੇਖੇ, ਜਾਂ ਗੋਦੀ ਮੀਡੀਆ ਜਿਹੜਾ ਇਹੋ ਜਿਹੇ ਭਰਮ ਭੁਲੇਖੇ ਉਹ ਪਾਉਂਦਾ ਆ। ਪਰ ਇਹ ਕਿਉਂਕਿ ਸਾਡੀ ਇਸ ਵੇਲੇ ਦੇਖੋ, ਮੈਂ ਸਾਫ਼-ਸਾਫ਼ ਇਹ ਗੱਲ ਕਹਿਣੀ ਚਾਹੁੰਦਾ, ਇਸ ਵੇਲੇ ਕਿਸਾਨ ਜਥੇਬੰਦੀਆਂ ਲੋਕੀ ਇਸ ਗੱਲ 'ਤੇ ਅੜੇ ਹੋਏ ਆ ਕਿ ਕਾਨੂੰਨ ਵਾਪਸ ਹੋਣਗੇ ਤਾਂ ਇੱਥੋਂ ਜਾਣਾ, ਕਿਉਂਕਿ ਗੱਲ ਸੋਧਾਂ ਦੀ ਨਹੀਂ ਹੈਗੀ, ਗੱਲ ਕਾਨੂੰਨ ਵਾਪਸ ਲੈਣ ਦੀ ਗੱਲ। ਇਕੱਲੇ ਹੁਣ ਇਸ ਵੇਲੇ ਜਿਹੜੀ ਲੜਾਈ ਆ ਉਹ ਖੇਤੀ ਕਾਨੂੰਨਾਂ ਦੀ ਨਹੀਂ, ਇਹ ਰਾਜਾਂ ਦੇ ਵੱਧ ਅਧਿਕਾਰ ਨਾਲ ਜੁੜਿਆ ਹੋਇਆ ਮਸਲਾ। ਜੇ ਆਪਾਂ ਇਹ ਜਿੱਤਦੇ ਹਾਂ, ਆਪਾਂ ਕਾਨੂੰਨ ਵਾਪਸ ਕਰਵਾਉਂਦੇ ਹਾਂ, ਤੇ ਉਹ ਸਾਡਾ ਰਾਜਾਂ ਦੇ ਵੱਧ ਅਧਿਕਾਰ ਵਾਲਾ ਵੀ ਮੁੱਦਾ ਜਿਹੜਾ ਉਹ ਵੀ ਸਾਡਾ ਹੱਲ ਹੁੰਦਾ। ਔਰ ਸਾਡੀ ਸਭ ਨਾਲੋਂ ਵੱਡੀ ਜਿੱਤ ਇਸ ਗੱਲ ਵਿੱਚ ਹੁੰਦੀ, ਉਹ ਲੋਕ, ਉਹ ਹਿਟਲਰ ਜਿਹੜਾ ਆਪਣੇ ਆਪ ਨੂੰ ਇਹ ਸਮਝਦਾ ਵੀ ਮੈਂ ਜਿਹੜੀ ਗੱਲ ਕਰਤੀ ਉਹ ਤੋਂ ਕਦੀ ਵਾਪਸ ਮੁੜਿਆ ਹੀ ਨਹੀਂ ਹੈਗਾ, ਉਹ ਆਪਣਾ ਜਿਹੜਾ ਉਹ ਹਿੰਦੂਵਾਦੀ ਰਾਜ ਜਾਂ ਫਾਸੀਵਾਦੀ ਰਾਜ ਜਿਹੜਾ ਹਿਟਲਰ ਸ਼ਾਹੀ ਰਾਜ ਹਿੰਦੁਸਤਾਨ ਵਿੱਚ ਕਾਇਮ ਕਰਨਾ ਚਾਹੁੰਦਾ, ਆਪਾਂ ਉਹਦਾ ਵੀ ਮੂੰਹ ਜਿਹੜਾ ਉਹ ਇੱਥੋਂ ਮੋੜਿਆ ਜਾਊਗਾ। ਸੋ ਇਸ ਕਰਕੇ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਕਿ ਉਹ ਕਾਨੂੰਨ ਜਿਹੜੇ ਆ ਉਹ ਰੱਦ ਹੋਣ, ਵਾਪਸ ਹੋਣ। ਜਿੱਥੋਂ ਤੱਕ ਜੀ ਬਹੁਤ ਪਿੰਡ ਸਾਹਿਬ ਤੁਸੀਂ ਬਹੁਤ ਵਧੀਆ ਤਫਸੀਲਾਂ ਦੱਸਦੇ, ਗੱਲ ਉੱਥੇ ਕਿ ਆ ਜਾਂਦੀ ਆ ਕਿ ਕਿਸਾਨ ਆਪਣੇ ਇਸ ਅੰਦੋਲਨ ਨੂੰ ਲੈ ਕੇ ਅਡਿੱਗ ਖੜੇ ਆ, ਅਡੋਲ ਖੜੇ ਆ ਵੀ ਇਹ ਜਿਹੜਾ ਕਾਨੂੰਨ ਅਸੀਂ ਰੱਦ ਕਰਾਉਣਾ ਆ। ਪਿਛਲੇ ਦਿਨੀ ਜਿਹੜਾ ਆਪਾਂ ਗੱਲ ਕਰੀਏ ਵੀ ਹੁਣ ਤੱਕ 56 ਜਿਹੜੇ ਆ ਹੋ ਸਕੇ, ਜਿੱਥੇ ਤੱਕ ਮੇਰੇ ਨੌਲੇਜ ਹੋ ਸਕਦਾ, ਇਹ ਕੈਜੂਅਲਟੀ ਜਿਹੜੇ ਪਰਿਵਾਰਾਂ ਦੇ ਬਜ਼ੁਰਗ ਬੱਚੇ ਜਿਹੜੇ ਆ ਕੁਝ ਇੱਥੇ ਜਾਂਦੇ ਹੋਏ ਅੰਦੋਲਨ 'ਚ, ਕੁਝ ਆਉਂਦੇ ਹੋਏ, ਕੁਝ ਉੱਥੇ ਮੌਕੇ ਤੇ ਜਿਨ੍ਹਾਂ ਦੀ ਕੈਜੂਅਲਟੀ ਮੌਤ ਹੋ ਗਈ ਆ, ਉਹਨਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜਾ ਇੱਕ ਸਮਾਗਮ ਦਾ ਆਯੋਜਨ ਕਰਕੇ SGPC ਵੱਲੋਂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਬਾਦਲ ਵੱਲੋਂ ਉਹਨਾਂ ਨੂੰ ਲੱਖ ਰੁਪਈਆ ਦਿੱਤਾ ਗਿਆ 12 ਬੰਦਿਆਂ ਨੂੰ। ਤੇ ਉੱਥੇ ਹਰਸਿਮਰਤ ਨੇ ਇਹ ਗੱਲ ਕਹੀ ਆ ਵੀ ਜਿਹੜਾ ਵੀ ਮੈਨੂੰ ਲੋਕ ਕਹਿੰਦੇ ਆ, ਕਾਂਗਰਸ ਕਹਿੰਦੀ ਆ, BJP ਕਹਿੰਦੇ ਆ ਵੀ ਇਹਨੇ ਸਾਈਨ ਕੀਤੇ ਆ, ਮੇਰਾ ਇੱਕ ਵੀ ਬੰਦਾ ਮੇਰੇ ਸਾਈਨ ਦਿਖਾ ਦੇਵੇ ਉਸ ਖੇਤੀ ਬਿੱਲਾਂ ਤੇ ਮੈਂ ਆਪਣੀ ਸਿਆਸਤ ਛੱਡ ਜਾਊਂਗੀ। ਇਹ ਕੀ ਗੱਲਾਂ ਆ, ਕੀ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਗੱਲਾਂ, ਕਿਆ ਇਹਨਾਂ ਦੀ ਸੋਚ ਹੈ? ਦੇਖੋ, ਮੀਡੀਆ ਦਾ ਯੁੱਗ ਆ ਜੀ। ਪਹਿਲੀ ਗੱਲ ਤਾਂ ਇਹ ਵੀ ਆ, ਜੇ ਜਿੱਦਾਂ ਤੁਸੀਂ ਪਹਿਲਾਂ ਕਿਹਾ, ਜਿਹੜਾ ਗੋਦੀ ਮੀਡੀਆ, ਨੈਸ਼ਨਲ ਮੀਡੀਆ ਹੋਣੇ, ਤਾਂ ਜੇ ਇਸ ਮੀਡੀਆ ਨੂੰ ਸਾਡੇ ਬਹੁਤ ਲੋਕ ਕੋਈ YouTube ਚੈਨਲ ਸਮਝਦਾ, ਕੋਈ ਕੁਛ ਸਮਝਦਾ, ਪਰ ਅਸੀਂ ਸਮਝਦੇ ਹਾਂ ਵੀ ਇਹੋ ਜਿਹੜੇ ਚੈਨਲ ਆ, ਇਹਨਾਂ ਚੈਨਲਾਂ ਨੇ ਹੀ, ਇਸ ਮੀਡੀਆ ਨੇ ਹੀ ਸਾਡੇ ਕਿਸਾਨ ਅੰਦੋਲਨ ਨੂੰ ਦੁਨੀਆ ਤੱਕ ਪਹੁੰਚਾਇਆ। ਜੇ ਉਹ ਮੀਡੀਆ ਨਾ ਹੁੰਦਾ, ਜੇ ਸਾਡਾ ਇਹ ਲੋਕਲ ਮੀਡੀਆ ਨਾ ਹੁੰਦਾ, ਤੇ ਸ਼ਾਇਦ ਜਿਹੜੇ ਦੂਜੇ ਚੈਨਲ ਆ, ਸ਼ਾਇਦ ਸਾਡਾ ਇਹੋ ਅੰਦੋਲਨ ਜਿਹੜਾ ਉਹ ਹਿੰਦੁਸਤਾਨ ਦੁਨੀਆ ਦੇ ਪੱਧਰ ਤੱਕ ਨਾ ਪਹੁੰਚਦਾ। ਜਿੱਥੋਂ ਤੱਕ ਹੈਗੀ ਆ ਹਰਸਿਮਰਤ ਕੌਰ ਬਾਦਲ ਦੀ ਗੱਲ, ਉਹ ਤਾਂ ਤੁਸੀਂ YouTube 'ਤੇ ਕੱਢ ਕੇ ਦੇਖ ਸਕਦੇ ਹੋ। ਇਹ ਤਾਂ ਆਪ ਤੁਸੀਂ ਇਹਨਾਂ ਦੀਆਂ ਸਾਰੀਆਂ ਪਹਿਲੀਆਂ ਰਿਕਾਰਡਿੰਗ ਕੱਢ ਕੇ ਦੇਖ ਲਓ। ਇਹੋ ਹੀ ਬੀਬੀ 25 ਸਤੰਬਰ ਨੂੰ ਜਿਹੜੀ ਆਪਾਂ ਪੰਜਾਬ ਬੰਦ ਦਾ ਸੱਦਾ ਦਿੱਤਾ ਸੀਗਾ, ਉਹ ਤੋਂ ਪਹਿਲਾਂ ਤਾਂ ਆਪ ਉਹਦੀਆਂ ਸਿਫਤਾਂ ਕਰ ਰਹੇ ਸੀਗੇ। ਪ੍ਰਕਾਸ਼ ਸਿੰਘ ਬਾਦਲ ਖੁਦ ਆਪ ਕਹਿ ਰਿਹਾ ਸੀ ਵੀ ਮੈਨੂੰ ਇਹਦੇ ਵਿੱਚ ਕੁਝ ਨਹੀਂ। ਦੇਖੋ ਤੁਸੀਂ ਇਹਨਾਂ ਦੀਆਂ ਪੁਰਾਣੀਆਂ ਜਿਹੜੀਆਂ ਰਿਕਾਰਡਿੰਗ ਵੀਡੀਓ ਕੱਢ ਕੇ ਦੇਖੋ, ਉਹਦੇ ਵਿੱਚ ਇਹ ਸਿਫਤਾਂ ਕਰ ਰਹੇ ਆ। ਹੁਣ ਕੀ ਇਹਨਾਂ ਨੂੰ ਹੋ ਗਿਆ? ਜਿੱਥੋਂ ਤੱਕ ਸਾਈਨਾਂ ਦੀ ਗੱਲ ਆ, ਸਾਈਨ ਜਦੋਂ ਆਪਾਂ ਕਿਸੇ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਆ ਜੀ, ਆਪਣੀ ਪੰਚਾਇਤ ਇਕੱਠੀ ਹੁੰਦੀ ਆ, ਜਿਹਦੇ ਵਿੱਚ ਅਸੀਂ ਉਹਦੇ ਹਾਮੀ ਭਰ ਕੇ ਆਉਂਦੇ ਆ, ਜਦੋਂ ਅਸੀਂ ਆਪ ਉਹਦੀਆਂ ਸਿਫਤਾਂ ਕਰਦੇ ਹਾਂ। ਹੁਣ ਤਾਂ ਇਹੋ ਲੋਕਾਂ ਦੇ ਘੋਲ ਕਰਕੇ, ਲੋਕਾਂ ਦੇ ਛਿੱਤਰ ਸਦਕੇ, ਮੈਂ ਛਿੱਤਰ ਮਾਫ ਕਰਨਾ, ਮੈਂ ਲੋਕਾਂ ਤੋਂ ਡਰਦੇ ਆਪਣੀ ਹੋਂਦ ਬਚਾਉਣ ਦੀ ਖਾਤਰ ਇਹਨਾਂ ਨੇ ਅਸਤੀਫਾ ਦਿੱਤਾ। ਇਹ ਤਾਂ ਉਹਨਾਂ ਦੀਆਂ ਸਿਫਤਾਂ ਕਰਦੇ ਨਹੀਂ ਸੀ ਥੱਕਦੇ ਸਾਰਾ ਪਰਿਵਾਰ। ਔਰ ਇਕੱਲੇ ਇਹੋ ਨਹੀਂ, ਇਕੱਲੇ ਇਹ ਨਹੀਂ, ਕਾਂਗਰਸੀ ਵੀ ਨਾਲ ਆ ਸਾਰੇ ਸ਼ਾਮਲ। ਔਰ ਅਮਰਿੰਦਰ ਸਿੰਘ ਨੇ ਚੁੱਪ-ਚਪੀਤੇ ਜਿਹੜੇ ਸਾਰੇ ਕਾਨੂੰਨ ਲਾਗੂ ਕੀਤੇ। ਔਰ ਹੋਰ ਤਾਂ ਹੋਰ, ਜਦੋਂ ਆਪਾਂ ਹੁਣ ਭਾਜਪਾ ਲੀਡਰਾਂ ਦਾ ਘਿਰਾਓ ਕਰ ਰਹੇ ਹਾਂ, ਹੁਣੇ ਪਿਛਲੇ 2-4 ਦਿਨ ਦੇ ਵਿੱਚ ਘਟਨਾਵਾਂ ਵਾਪਰੀਆਂ। ਸਾਡੇ ਹੁਸ਼ਿਆਰਪੁਰ ਦੇ ਵਿੱਚ ਘਟਨਾ ਵਾਪਰੀ, ਇੱਕ ਗੋਹਾ ਸਿੱਟਣ ਦੇ ਉੱਤੇ 307 ਦਾ ਉਹ ਕਤਲ ਜਿਹੜਾ ਪਰਚਾ ਦਰਜ ਹੁੰਦਾ। ਸੰਗਰੂਰ ਦੇ ਵਿੱਚ ਕਿਸਾਨਾਂ ਦੇ ਉੱਤੋਂ ਅੰਨ੍ਹੇਵਾਹ ਲਾਠੀਚਾਰਜ ਜਿਹੜਾ ਕੀਤਾ ਗਿਆ, 75 ਸਾਲ ਦੇ ਬਜ਼ੁਰਗ ਵੀ ਨਹੀਂ ਬਖਸ਼ੇ। ਤਾਂ ਆਪਾਂ ਕਿੱਦਾਂ ਕਹਿ ਲਈਏ ਵੀ ਕਾਂਗਰਸ ਵਾਲੇ ਜਿਹੜੇ ਭਾਜਪਾ ਤੋਂ ਕਿਸੇ ਤਰੀਕੇ ਵੱਖਰੇ ਆ ਜੀ? ਆਪਾਂ ਨਹੀਂ ਕਹਿ ਸਕਦੇ। ਸੋ ਹੁਣ ਬੀਬੀ ਜੋ ਮਰਜ਼ੀ ਬੋਲੀ ਜਾਵੇ, ਇਹਨਾਂ ਦੇ ਆਪਣੇ ਬੀਬੀ ਜਗੀਰ ਕੌਰ ਨੇ ਕੀ ਬਿਆਨ ਦਿੱਤਾ ਥੋੜ੍ਹੇ ਦਿਨ ਪਹਿਲਾਂ ਵੀ ਅਸੀਂ ਆਪਣੇ ਕਿਸਾਨ ਆਗੂ ਜਿਹੜੇ ਉਹ ਕਿਸਾਨਾਂ ਨੂੰ ਅਸੀਂ ਅੱਗੇ ਕੀਤਾ ਹੋਇਆ। ਬੀਬੀ ਦੇ ਇਹਦੇ ਵਿੱਚ ਜ਼ੁਰਤ ਹੈ ਨਹੀਂ, ਸਟੇਜ 'ਤੇ ਜਾ ਕੇ ਤਾਂ ਦੱਸੇ। ਇਹ ਲੋਕ
ਹੀ ਜਿਹੜੇ ਆ ਉਹ ਕਿਸਾਨੀ ਘੋਲ ਨੂੰ ਗੁੰਮਰਾਹ ਕਰਨ ਲਈ ਆਪਣੀ ਹੋਂਦ ਬਚਾਉਣ ਵਾਸਤੇ ਜਿਹੜੇ ਆ ਇਹੋ ਜਿਹੇ ਬਿਆਨ ਦੇ ਰਹੇ ਆ। ਅਸਲ ਦੇ ਵਿੱਚ ਇਹ ਸਾਰੇ ਹੀ ਇਹਨਾਂ ਦੇ ਨਾਲ ਰਲੇ ਹੋਏ ਆ। ਤੁਸੀਂ ਆਪਾਂ ਇਹਦੇ ਵਿੱਚ ਮੇਰੇ ਕਹਿਣ ਦੀ ਤਾਂ ਲੋੜ ਹੀ ਨਹੀਂ ਹੈਗੀ, ਸਾਰੇ ਆਪਾਂ ਪੜ੍ਹੇ ਲਿਖੇ ਆ। YouTube ਉੱਤੇ ਇਹਨਾਂ ਦੇ ਪਿਛਲੇ ਜਿਹੜੇ ਆ ਬਿਆਨ ਇਹਨਾਂ ਦੇ ਜੋ ਕੱਢ ਕੇ ਆਪਾਂ ਦੇਖ ਸਕਦੇ ਆ। ਬਿਲਕੁਲ ਸਾਫ਼ ਸ਼ਬਦਾਂ ਵਿੱਚ ਉਹ ਇਹਨਾਂ ਦੀ ਸਿਫਤਾਂ ਕਰਦੇ ਨਹੀਂ ਥੱਕਦੇ ਜੀ। ਬਿਲਕੁਲ ਪਿੰਡਰ ਸਾਹਿਬ, ਤੁਸੀਂ ਇਹ ਗੱਲ ਕਹੀ ਆ। ਜਦੋਂ ਇਹ ਕਾਨੂੰਨੀ ਜਿਹੜਾ ਬਿੱਲ ਪਾਸ ਕੀਤਾ ਗਿਆ, ਜਦੋਂ ਇਹਨਾਂ ਨੇ ਐਂਟਰੀ ਕੀਤੀ ਆ ਪੰਜਾਬ ਦੇ ਵਿੱਚ, ਹਰਸਿਮਰਤ ਕੌਰ ਨੇ ਜਾਂ ਹੋਰ ਲੀਡਰਾਂ ਨੇ ਜਿਨ੍ਹਾਂ ਨੇ ਵੀ ਸਾਈਨ ਕੀਤੇ ਆ, ਕਾਂਗਰਸ ਦੇ ਉਹਨਾਂ ਨੇ ਉਹਨਾਂ ਨੂੰ ਕਾਨੂੰਨ ਨੂੰ ਬਹੁਤ ਵਧੀਆ ਕਿ ਕਿਸਾਨਾਂ ਦੇ ਹੱਕ 'ਚ ਗਿਆ। ਪਰ ਜਦੋਂ ਕਿਸਾਨਾਂ ਦਾ ਰੋਹ ਦੇਖਿਆ, ਕਿਸਾਨਾਂ ਦਾ ਘੋਲ ਦੇਖਿਆ, ਤਾਂ ਉਦੋਂ ਇਹ ਆਪਣੇ ਵਚਨਾਂ ਤੋਂ, ਆਪਣੀ ਜਿਹੜੀਆਂ ਚੀਜ਼ਾਂ ਤੋਂ, ਆਪਣੀ ਕੀਤੀ ਹੋਈ ਗੱਲਬਾਤ ਤੋਂ, ਆਪਣੇ ਬਿਆਨਾਂ ਤੋਂ ਮੁੱਕਰਨ ਦੀ ਕੋਸ਼ਿਸ਼ ਕਰ ਗਏ। ਤੇ ਇਹ ਜਿਹੜਾ ਹਰਸਿਮਰਤ ਕੌਰ ਨੇ ਆ ਦਮਦਮਾ ਸਾਹਿਬ 4 ਦਿਨ ਪਹਿਲਾਂ ਬਿਆਨ ਦਿੱਤਾ, ਇਹ ਬਿਆਨ ਉਹਨੂੰ ਉਸ ਦਿਨ ਦੇਣਾ ਚਾਹੀਦਾ ਜਦੋਂ ਉਹਨੇ ਦੱਸਿਆ ਵੀ ਮੈਂ ਰਿਜ਼ਾਈਨ ਕੀਤਾ। ਇਹ ਲੰਬਾ ਸਮਾਂ ਪਾ ਕੇ ਕੀਤਾ, ਇਹਦੇ ਪਿੱਛੇ ਵੀ ਉਹਨਾਂ ਦੀ ਕੀ ਮਨਸ਼ਾ ਆ ਇਹ ਤਾਂ ਉਹ ਜਾਣਦੇ ਆ। ਪਰ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਸਾਡੇ ਪ੍ਰਵਕਤਾ ਨੇ, ਸਾਡੇ ਬੁਲਾਰੇ ਨੇ, ਕਿਸਾਨ ਆਗੂ, ਉਹਨੂੰ ਇਹ ਕਿਸ ਤਰ੍ਹਾਂ ਲੈ ਰਹੇ ਆਪਾਂ। ਲਾਸਟ ਜਿਹੜੀ ਸਾਡੀ ਗੱਲ ਆ, ਇੱਕ ਜਿਹੜਾ ਘੋਲ ਜਿਹੜਾ 1906 ਦੇ ਵਿੱਚ ਪਗੜੀ ਸੰਭਾਲ ਜੱਟਾ ਚੱਲਿਆ ਸੀਗਾ ਲਾਰਡ ਕਰਜ਼ਨ ਵੇਲੇ, ਤੇ ਉਹ 9 ਮਹੀਨੇ ਚੱਲਿਆ ਸੀ, ਤਾਂ ਉਹ ਸਕਸੈਸ ਹੋ ਗਏ ਸੀਗੇ। ਤਾਂ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਤੁਹਾਡਾ ਅੰਦੋਲਨ ਆ ਉਸੇ ਰੂਪ ਧਾਰਨ ਕਰੂਗਾ ਤਾਂ ਉਸੇ ਤਰ੍ਹਾਂ ਜਿੱਤ ਪ੍ਰਾਪਤ ਕਰੂਗਾ ਜੀ? ਦੇਖੋ, ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜੇ ਅੱਜ ਦੇ ਕਾਲੇ ਅੰਗਰੇਜ਼ ਹਨ, ਦੇਖੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੇ ਕਿਹਾ ਸੀ ਵੀ ਗੋਰੇ ਅੰਗਰੇਜ਼ ਚੱਲ ਗਿਆ ਤਾਂ ਕਾਲੇ ਅੰਗਰੇਜ਼ ਆਉਣਗੇ। ਜਦੋਂ ਤੱਕ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਖਤਮ ਨਹੀਂ ਹੁੰਦੀ, ਉਦੋਂ ਤੱਕ ਸਾਡਾ ਸੰਘਰਸ਼ ਜਿਹੜਾ ਉਹ ਜਾਰੀ ਰਹੂਗਾ। ਆਪਾਂ ਪੂਰੀ ਤਰ੍ਹਾਂ ਇਸ ਗੱਲ ਉੱਤੇ ਦ੍ਰਿੜ ਹਾਂ। ਆਪਾਂ ਤੁਸੀਂ ਜਾ ਕੇ ਦੇਖ ਲਓ, ਮੈਂ ਪਹਿਲਾਂ ਕਿਹਾ ਵੀ ਪਿਛਲੇ 4 ਦਿਨ ਤੋਂ ਉੱਥੇ ਬਾਰਿਸ਼ ਦੇ ਵਿੱਚ ਜਿਹੜੇ ਕਿਸਾਨ ਬੇਹਾਲ ਹੋ ਰਹੇ ਆ, ਪਰ ਉਹਨਾਂ ਦੇ ਹੌਸਲੇ ਨਹੀਂ ਜਿਹੜੇ ਉਹ ਹੌਸਲੇ ਉਹਨਾਂ ਦੇ ਡਿੱਗੇ ਨਹੀਂ, ਉਹਨਾਂ ਦੇ ਹੌਸਲੇ ਬੁਲੰਦ ਹੋਏ ਆ। ਨੌਜਵਾਨ ਜਿਨ੍ਹਾਂ ਨੂੰ ਕਦੀ ਇਹਨਾਂ ਲੋਕਾਂ ਨੇ ਨਸ਼ਈ ਕਹਿ ਕੇ ਭੰਡਿਆ ਸੀ, ਉਹ ਲੋਕ ਆਪਣੇ ਹੱਥਾਂ ਨਾਲ ਗਾਰਾ ਚੱਕ ਕੇ ਪਾਣੀ ਬਾਲਟੀਆਂ ਨਾਲ ਛੜਕਾ ਕੇ ਜਿਹੜਾ ਸਾਫ਼ ਕਰ ਰਹੇ ਆ। ਉੱਥੇ ਸਾਡੇ ਕੋਲ ਕੱਲੇ ਟੈਂਟ ਦੇ ਵਿੱਚ ਜਿੰਨੇ ਕੁ ਵੀ ਸਾਡੇ ਲੰਗਰ ਹੋਏ ਆ, ਘੱਟੋ ਘੱਟ ਸਾਡੇ ਕੋਲ ਡੇਢ ਸਾਲ ਦਾ ਸਾਡੇ ਕੋਲ ਰਾਸ਼ਨ ਜਮ੍ਹਾਂ ਆ। ਅਸੀਂ ਲੋਕਾਂ ਨੂੰ ਬੇਨਤੀਆਂ ਕਰਦੇ ਹਾਂ ਵੀ ਸਾਨੂੰ ਆਟਾ ਦਾਲਾਂ ਉਹ ਨਾ ਭੇਜੋ। ਅਸੀਂ ਲੋਕਾਂ ਨੂੰ ਰੋਕ ਕੇ ਰੱਖਿਆ ਹੋਇਆ। ਅਸੀਂ ਤਾਂ ਉਸ ਵੇਲੇ 9 ਮਹੀਨੇ ਘੋਲ ਚੱਲਿਆ, ਅਸੀਂ ਤਾਂ 19 ਮਹੀਨੇ ਘੋਲ ਲੜਨ ਨੂੰ ਤਿਆਰ ਆ। ਪਰ ਆਉਣਾ ਅਸੀਂ ਜਿੱਤ ਕੇ ਆ। ਅਸੀਂ ਦਿੱਲੀ ਤੋਂ ਇੱਦਾਂ ਵਾਪਸ ਨਹੀਂ ਆਉਣਾ, ਅਸੀਂ ਜਿੱਤ ਕੇ ਹੀ ਵਾਪਸ ਆਉਣਾ, ਚਾਹੇ ਸਾਨੂੰ 9 ਮਹੀਨੇ ਲੱਗਣ, ਚਾਹੇ ਸਾਨੂੰ ਅਗਲੀਆਂ ਇਲੈਕਸ਼ਨਾਂ ਤੱਕ ਉੱਥੇ ਕਿਉਂ ਨਾ ਬੈਠਣਾ ਪਵੇ। ਚਾਹੇ ਹੁਣ ਤਾਂ ਸਾਡੇ 56 ਲਗਭਗ 62 ਕਿਸਾਨ ਹੁਣ ਤੱਕ ਸ਼ਹੀਦ ਹੋ ਚੁੱਕੇ ਆ, ਚਾਹੇ ਉਹਦੇ ਵਾਸਤੇ ਸਾਨੂੰ ਜਿੰਨੀਆਂ ਵੀ ਸ਼ਹੀਦੀਆਂ ਪ੍ਰਾਪਤੀਆਂ ਕਰਨੀਆਂ ਪੈਣ। ਅਸੀਂ ਤਾਂ ਬਾਰ-ਬਾਰ ਸਰਕਾਰ ਨੂੰ ਕਹਿੰਦੇ, ਹਰ ਮੀਟਿੰਗ ਵਿੱਚ ਕਹਿੰਦੇ ਆ ਵੀ ਜਾਂ ਇਹਨਾਂ ਕਾਨੂੰਨਾਂ ਨੂੰ ਰੱਦ ਕਰੋ ਤੇ ਜਾਂ ਸਾਨੂੰ ਗ੍ਰਿਫਤਾਰ ਕਰੋ, ਜਾਂ ਫਿਰ ਸਾਨੂੰ ਕੋਈ ਗੋਲੀ ਗਾਲੀ ਮਾਰ ਕੇ ਕਰੋ। ਅਸੀਂ ਇੱਦਾਂ ਤਾਂ ਨਹੀਂ ਫਿਰ ਵਾਪਸ ਜਾਣੇ, ਅਸੀਂ ਆਵਾਂਗੇ ਤਾਂ ਜਿੱਤ ਕੇ ਹੀ ਵਾਪਸ ਆਵਾਂਗੇ। ਬਹੁਤ ਬਹੁਤ ਧੰਨਵਾਦ ਜਗਤਾਰ ਪਿੰਡਰ ਜੀ। ਦੋਸਤੋ, ਇਹ ਸਨ ਕਿਸਾਨ ਆਗੂ ਜਗਤਾਰ ਸਿੰਘ ਪਿੰਡਰ, ਜਿਨ੍ਹਾਂ ਨੇ ਸਾਡੇ ਨਾਲ ਗੱਲ ਕੀਤੀ। ਉਹਨਾਂ ਨੇ ਦੱਸਿਆ ਵੀ ਇੱਕ ਅੰਦੋਲਨ ਦੀ ਸਟਾਰਟਿੰਗ ਕਿਵੇਂ ਹੋਈ ਤੇ ਕਿਸ ਤਰ੍ਹਾਂ ਇਸ ਵੇਲੇ ਅੰਦੋਲਨ ਕਿਸ ਮੁਕਾਮ ਤੇ ਆ ਤੇ ਕਿਸਾਨ ਕੀ ਚਾਹੁੰਦੇ ਆ, ਕਿਸਾਨ ਕਿਸ ਤਰ੍ਹਾਂ ਆਪਣੇ ਨਿਰਣੇ ਤੇ ਆਪਣੇ ਹੌਸਲੇ ਤੇ ਪਸਤ ਨਹੀਂ ਹੋਏ ਤੇ ਕਿਸ ਤਰ੍ਹਾਂ ਉਹ ਡਿੱਗ ਖੜੇ ਨੇ। ਤੇ ਅਸੀਂ ਇਹਨਾਂ ਨਾਲ ਜਿਹੜੀ ਗੱਲਬਾਤ ਕੀਤੀ, ਆਪਾਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ, ਆਵਾਮ ਤੱਕ ਪਹੁੰਚਾਈਏ, ਤਾਂ ਕਿ ਜਿਹੜੇ ਲੋਕ ਸਾਡੇ ਦਰਸ਼ਕ ਜਾਂ ਸਾਡੇ ਕੋਈ ਵੀਰ ਜਾਂ ਕਿਤੇ ਸੁਣ ਰਿਹਾ ਜਾਂ ਦੇਖ ਰਹੇ ਆ, ਉਹ ਇਹਨਾਂ ਦੀਆਂ ਗੱਲਾਂ ਤੋਂ ਕਿਸਾਨ ਅੰਦੋਲਨ ਬਾਰੇ ਭਲੀਭਾਂਤ ਜਾਣੂ ਹੋ ਸਕਣ ਵੀ ਕਿਸਾਨ ਕੀ ਚਾਹੁੰਦੇ ਆ। BBC ਪੰਜਾਬ ਲਈ ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹਾ।